ਇਹ ਨਾਲ ਤਾਂ ਮੈਂ ਵੀ ਹਨੀਮੂਨ ਮਨਾਉਣ ਜਾਊਂਗਾ। ਸੋ ਮੇਰੇ ਬਿਨਾਂ ਤਾਂ ਤੁਹਾਡਾ ਹਨੀਮੂਨ ਹੀ ਨਹੀਂ ਮੰਨਣਾ। ਵੀ ਇੱਕ ਪਾਸੇ ਤੇਰਾ ਪਿਓ ਇੰਨਾ ਸੀਰੀਅਸ ਹੈ, ਕਿਸੇ ਟਾਈਮ ਵੀ ਉਹਦੀ ਮੌਤ ਹੋ ਸਕਦੀ ਹੈ, ਕਿਸੇ ਟਾਈਮ ਵੀ ਕੋਈ ਲੋੜ ਪੈ ਸਕਦੀ ਹੈ, ਤੂੰ ਉਹਨੂੰ ਛੱਡ ਕੇ ਹਨੀਮੂਨ ਚੰਗਾ ਲੱਗਦਾ ਤੈਨੂੰ। ਉਦੋਂ ਮਾਤਾ ਨੂੰ ਤਾਂ ਭੱਜ ਕੇ ਪੈਂਦੇ ਮੇਰੇ ਸਾਹਮਣੇ, ਜਦੋਂ ਇਹਨੇ ਕਿਹਾ ਵੀ ਕਿੱਥੇ ਸੰਸਕਾਰ ਕਰਾਂਗੇ, ਕਿੱਥੇ ਲਿਜਾਵਾਂਗੇ, ਤੇ ਮਾਤਾ ਨੇ ਕਿਹਾ ਆਪਣੇ ਵੀ ਪਿੰਡ ਲੈ ਕੇ ਜਾਵਾਂਗੇ, ਤੇ ਇਹ ਭੱਜ ਕੇ ਤੁਸੀਂ ਬਾਹਲੇ ਛਣੇ। ਧਰਮ ਗੁਰੂ ਆਪਣੇ ਆਪ ਨੂੰ ਕਹਾਉਣ ਵਾਲਾ, ਉਹ ਤੇ 2 ਕੁੜੀਆਂ ਦੇ ਦੋਸ਼ ਐਦ ਹੋ ਕੇ ਸਜ਼ਾ ਹੋ ਗਈ, ਇੱਕ ਮਰਡਰ ਕੇਸ 'ਚ ਉਮਰ ਕੈਦ ਹੋ ਗਈ, ਹਜੇ ਪਤਾ ਨਹੀਂ ਅੱਗੇ ਕਿੰਨੇ ਕੇਸ ਆ ਰਹੇ ਆ। ਵੀ ਪੁਲਿਸ ਉਹਨੂੰ ਵੀ ਭਾਲ ਰਹੀ ਹੈ, ਤੇ ਇਸ ਕਰਕੇ ਉਹਦਾ ਨਾਂ ਵਕੀਲਾਂ ਨੇ ਕਿਹਾ ਹੋਊਗਾ ਜਾਂ ਆਪ ਨੇ ਸੋਚਿਆ ਹੋਊਗਾ ਵੀ ਉਹਨਾਂ ਚਿਰ ਉਹਦਾ ਨਾਂ ਨਹੀਂ ਦਿੱਤਾ। ਹੁਣ ਉਹ ਜ਼ਮਾਨਤ 'ਤੇ ਆ ਗਈ, ਹੁਣ ਉਹਨੂੰ ਨਾਂ ਵੀ ਦਿੱਤਾ, ਮੁਲਾਕਾਤਾਂ ਵੀ ਕਰਨ ਲੱਗ ਗਿਆ। ਮਾਪਿਆਂ ਦੀ ਸੇਵਾ ਕਰਨਾ ਹਰ ਇੱਕ ਬੱਚੇ ਦਾ, ਫਿਰ ਭਾਵੇਂ ਉਹ ਮੁੰਡਾ ਹੋਵੇ ਜਾਂ ਫਿਰ ਕੁੜੀ, ਸਭ ਤੋਂ ਪਹਿਲਾ ਫਰਜ਼ ਵੀ ਹੈ ਤੇ ਸਭ ਤੋਂ ਵੱਡੀ ਸੇਵਾ ਵੀ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਅੱਜ ਗੱਲ ਕਰਾਂਗੇ ਇੱਕ ਚਿੱਠੀ ਬਾਰੇ ਜੋ ਇੱਕ ਬੇਟੇ ਨੇ ਆਪਣੀ ਮਾਤਾ ਨੂੰ ਲਿਖੀ ਹੈ। ਬੇਟੇ ਦਾ ਨਾਮ ਗੁਰਮੀਤ ਰਾਮ ਰਹੀਮ, ਉਹੀ ਜੋ 2 ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਦੇ ਵਿੱਚ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ, ਜਿਸ ਨੂੰ ਉਮਰ ਕੈਦ ਵੀ ਹੋਈ ਹੈ ਮਰਹੂਮ ਛਤਰਪਤੀ ਦੇ ਕਤਲ ਦੇ ਮਾਮਲੇ ਦੇ ਵਿੱਚ। ਇੱਕ ਚਿੱਠੀ ਲਿਖੀ ਗਈ ਤੇ ਕਿਹਾ ਗਿਆ ਕਿ ਸਤਿਗੁਰੂ परमात्मा ने चाहा तो हम जल्दी आकर आपका इलाज स्वयं करवाएंगे, गुरमीत राम रहीम अपनी माता ਨੂੰ ਕਹਿੰਦਾ ਹੈ। ਇਸ ਬਾਰੇ ਜ਼ਿਆਦਾ ਗੱਲਬਾਤ ਦੇ ਲਈ ਸਾਡੇ ਨਾਲ ਮੌਜੂਦ ਨੇ ਸਰਦਾਰ ਖੱਟਾ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਸਵਾਗਤ ਹੈ ਤੇ ਖਬਰਸਾਰ ਤੇ। ਸਤਿ ਸ਼੍ਰੀ ਅਕਾਲ ਸਰ। ਸਰ, ਇਹ ਚਿੱਠੀ ਜੋ ਲਿਖੀ ਗਈ ਹੈ, ਜੋ ਗੱਲ ਇਹਦੇ ਵਿੱਚ ਲਿਖੀ ਗਈ ਹੈ, ਇਸ ਚਿੱਠੀ ਬਾਰੇ ਤੇ ਇਹਨਾਂ ਵਿਚਾਰਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਮੇਰਾ ਇਹ ਕਹਿਣਾ ਹੈ ਵੀ ਹੁਣ ਉਹ ਜੇਲ੍ਹ 'ਚ ਹੈ ਜੀ। ਹੁਣ ਜੇਲ੍ਹ 'ਚ ਲੋਕਾਂ ਨੂੰ ਆਪਣੇ ਆਪ ਨੂੰ ਦਿਖਾਉਂਦਾ ਹੈ ਵੀ ਮੈਂ ਪਤਾ ਨਹੀਂ ਮਾਤਾ ਦੀ ਕਿੰਨੀ ਸੇਵਾ ਕਰਦਾ ਸੀ, ਤੇ ਹੁਣ ਕਰਨੀ ਹੈ ਜਾ ਕੇ ਉਹਦਾ ਇਲਾਜ ਕਰਾਉਣਾ ਹੈ। ਪਹਿਲਾਂ ਤਾਂ ਇਹ ਹੈ ਵੀ ਮੈਂ ਜਦੋਂ ਉੱਥੇ ਹੁੰਦਾ ਸੀ, ਮੈਂ ਇਹਨੂੰ ਕਦੇ ਨਹੀਂ ਦੇਖਿਆ ਸੀ ਵੀ ਮਾਤਾ ਢਿੱਲੀ ਹੁੰਦੀ ਸੀ, ਕਦੇ ਹਸਪਤਾਲ ਨਾਲ ਜਾਂਦਾ ਜਾਂ ਕਦੇ ਦਿੱਲੀ ਜਾਂ ਕਿਤੇ ਵੀ ਜਾਂਦਾ, ਮੈਂ ਨਾਲ ਕਦੇ ਜਾਂਦਾ ਨਹੀਂ ਦੇਖਿਆ ਸੀ। ਪਹਿਲਾਂ ਤਾਂ ਪਹਿਲੀ ਗੱਲ ਤਾਂ ਇਹ, ਉਦੋਂ ਫਿਰ ਮਾਤਾ ਹੋਰ ਸੀ ਜਾਂ ਹੁਣ ਹੋਰ ਹੈ? ਇਹਦਾ ਮਤਲਬ ਅੰਤਰ ਕਿਉਂ ਹੈ? ਹੁਣ ਜੇਲ੍ਹ 'ਚ ਜਾਣੇ ਕਰਕੇ ਕੋਈ ਫਰਕ ਪਿਆ? ਨਹੀਂ, ਲੇਕਿਨ ਪੈਰੋਲ ਵੇਲੇ ਵੀ ਤਾਂ ਕਈ ਵਾਰ ਲਿਖਿਆ ਕਿ ਮਾਤਾ ਦੀ ਤਬੀਅਤ ਖਰਾਬ ਹੈਗੀ ਹੈ, ਮੈਂ ਜਾਣਾ ਹੀ ਦੇਖਣ। ਉਹੀ ਹੈ ਨਾ, ਹੁਣ ਪੈਰੋਲ ਦਾ ਬਹਾਨਾ ਸਰਕਾਰਾਂ ਤੇ ਜਨਤਾ ਤੇ ਪ੍ਰਭਾਵ ਪਾਉਂਦਾ ਵੀ ਮੈਂ ਮਾਤਾ ਦੀ ਸੇਵਾ ਕਰ। ਮਾਤਾ ਨੂੰ ਤਾਂ ਕਦੇ ਮੈਂ ਤਾਂ ਦੇਖਿਆ ਹੀ ਨਹੀਂ ਸੀ ਕਦੇ ਹਸਪਤਾਲ 'ਚ ਜਾਂਦਾ ਜਾਂ ਇਹਨੂੰ ਕਦੇ। ਉਸ ਤੋਂ ਪਹਿਲਾਂ ਇਹਦਾ ਬਾਪ ਸੀ ਜਿਹੜਾ ਮੱਘਰ ਸਿੰਘ, ਗੁਰਮੀਤ ਸਿੰਘ ਦਾ, ਉਹ ਬਿਮਾਰ ਸੀ। ਇਹਦਾ ਮੁੰਡੇ ਦਾ ਉਦੋਂ ਸ਼ਾਦੀ ਹੋਈ ਸੀ, ਉਹ ਮਹੀਨਾ 20 ਦਿਨ ਹੀ ਹੋਏ ਹੋਣਗੇ, ਔਰ ਉਹਨਾਂ ਨੇ ਹਨੀਮੂਨ ਮਨਾਉਣ ਵਾਸਤੇ ਜਾਣਾ ਸੀ, ਤੇ ਇਹ ਵੀ ਨਾਲ ਗਿਆ। ਇਹ ਨਾਲ ਗਿਆ, ਤੇ ਮੱਘਰ ਸਿੰਘ ਦਾ ਬਾਪ ਸੀ ਜਿਹੜਾ, ਉਹ ਆਲ ਇੰਡੀਆ ਮੈਡੀਕਲ 'ਚ ਦਾਖਲ ਸੀ, ਔਰ ਉਹਨੂੰ ਬਹੁਤ ਬਿਮਾਰੀ, ਭੈੜੀ ਬਿਮਾਰੀ ਲੱਗੀ ਸੀ, ਔਰ ਉਸ ਦਾ ਬਹੁਤ ਮੈਂ ਕੋਲੇ ਦੇਖਿਆ, ਉਹਨੂੰ ਅੱਖੀਂ ਦੇਖਿਆ, ਬਹੁਤ ਤਕਲੀਫ ਸੀ ਉਹਨੂੰ। ਔਰ ਉਸ ਨੂੰ ਛੱਡ ਕੇ ਹਸਪਤਾਲ 'ਚ, ਔਰ ਆਪ ਬਾਹਰ ਵਿਦੇਸ਼ਾਂ 'ਚ ਪਤਾ ਨਹੀਂ ਕਿਹੜੇ 'ਚ ਕਿੱਥੇ ਇਹ ਗਿਆ, 15 ਦਿਨ ਲਾ ਕੇ ਆਇਆ, 15 ਕੇ 20 ਦਿਨ ਲਾਇਆ, ਔਰ ਬਾਅਦ 'ਚ ਉਹਨੂੰ ਉਹ ਹਸਪਤਾਲ 'ਚ ਤੜਫ ਰਿਹਾ ਵੀ ਉਹ ਅਕਸਰ ਬਾਪ ਸੀ। ਤੇ ਹੁਣ ਜਦੋਂ ਜੇਲ੍ਹ 'ਚ ਮਾਤਾ ਇੰਨੇ ਹਜੇ ਸੀਰੀਅਸ ਵੀ ਨਹੀਂ, ਚੰਗੀ ਤੁਰੀ ਫਿਰਦੀ ਹੈ, ਚੰਗੀ ਐਸੀ ਕੋਈ ਗੱਲ ਨਹੀਂ, ਉਦੋਂ ਫਿਰ ਬਾਪ ਤਾਂ ਇੰਨਾ ਮੈਂ ਅੱਖੀਂ ਦੇਖਿਆ, ਔਰ ਉਹ ਇੰਨਾ ਸੀਰੀਅਸ ਸੀ, ਮਤਲਬ ਉਹਨੂੰ ਦੇਖ ਨਹੀਂ ਸਕਦੇ ਸੀ ਜਦੋਂ ਤਕਲੀਫ ਸੀ ਉਹਦੀ। ਔਰ ਉਸ ਨੂੰ 15 ਦਿਨ ਛੱਡ ਕੇ ਕਿਸੇ ਦੇ ਸਹਾਰੇ, ਬਾਹਰ ਦੇ ਬੰਦਿਆਂ ਦੇ, ਤੇ ਆਪ ਵਿਦੇਸ਼ਾਂ 'ਚ ਜਾ ਰਿਹਾ। ਵਿਦੇਸ਼ਾਂ 'ਚ ਕਿਹਦੇ ਨਾਲ ਗਿਆ? ਵਿਦੇਸ਼ਾਂ 'ਚ ਮੁੰਡੇ ਦੇ ਔਰ ਨੂੰਹ ਨਾਲ, ਔਰ ਹਨੀਮੂਨ ਮਨਾਉਣ ਵਾਸਤੇ। ਵੀ ਹਨੀਮੂਨ ਕਿਹਦਾ ਸੀ? ਬੇਟੇ ਤੇ ਨੂੰਹ ਦਾ ਸੀ ਜਾਂ ਬੇਟੇ ਦਾ ਤੇ ਨੂੰਹ ਦਾ? ਫਿਰ ਇਹ ਨਾਲ ਤਾਂ ਮੈਂ ਵੀ ਹਨੀਮੂਨ ਮਨਾਉਣ ਜਾਊਂਗਾ। ਸੋ ਮੇਰੇ ਬਿਨਾਂ ਤਾਂ ਤੁਹਾਡਾ ਹਨੀਮੂਨ ਹੀ ਨਹੀਂ ਮੰਨਣਾ। ਉਹ ਆਦੇ ਹੁੰਦੇ ਭੱਜ, ਉਹਨਾਂ ਦਾ ਸੀ ਜਾਣਾ ਆਪ ਸੀ ਨਾਲ। ਵੀ ਇੱਕ ਪਾਸੇ ਤੇਰਾ ਪਿਓ ਇੰਨਾ ਸੀਰੀਅਸ ਹੈ, ਕਿਸੇ ਟਾਈਮ ਵੀ ਉਹਦੀ ਮੌਤ ਹੋ ਸਕਦੀ ਹੈ, ਕਿਸੇ ਟਾਈਮ ਵੀ ਕੋਈ ਲੋੜ ਪੈ ਸਕਦੀ ਹੈ, ਤੂੰ ਉਹਨੂੰ ਛੱਡ ਕੇ ਹਨੀਮੂਨ ਚੰਗਾ ਲੱਗਦਾ ਤੈਨੂੰ, ਔਰ ਬਾਪ ਤੈਨੂੰ ਆਪਣੇ ਚੰਗਾ ਨਹੀਂ ਲੱਗਦਾ। ਹੋ ਸਕਦਾ ਕਿ ਉਹਨਾਂ ਦੇ ਜੋ ਗੁਰਮੀਤ ਦੇ ਜੋ ਪਿਤਾ ਸੀ ਉਹ ਠੀਕ ਹੋ ਗਏ ਹੋਣ। ਠੀਕ ਹੈ, ਕਿੱਥੇ 15 ਦਿਨ ਬਾਹਰ ਰਿਹਾ, 15ਵੇਂ ਦਿਨ ਆਇਆ, ਤੇ ਮੈਂ ਇਹ ਆ ਕੇ ਸਰਸੇ ਆਇਆ ਰਾਤ ਨੂੰ। ਦੂਜੇ ਦਿਨ ਤੜਕੇ ਗੱਡੀਆਂ ਮੈਂ ਨਾਲ ਗਿਆ ਦਿੱਲੀ, ਤੇ ਉੱਥੋਂ ਰਾਤ ਨੂੰ ਅਸੀਂ ਸ਼ਾਮ ਨੂੰ ਐਂਬੂਲੈਂਸ 'ਤੇ ਘਰੇ ਲੈ ਕੇ ਆਏ ਇਹਦੇ ਸਰਸੇ, ਤੇ ਔਰ ਇੱਕ ਰਾਤ ਕੱਟਿਆ, ਦੂਜੇ ਦਿਨ ਤੜਕੇ ਉਹਦਾ ਪੂਰਾ ਹੋ ਗਿਆ। ਔਰ ਉਸ ਪਿਓ ਦਾ ਤਾਂ ਮਤਲਬ ਹੁਣ ਮਾਤਾ ਦੇ ਜੇਲ੍ਹ 'ਚ ਬੈਠੇ ਨੂੰ ਇੰਨੇ ਕਿਵੇਂ ਯਾਦ ਹੁੰਦੀ ਹੈ? ਹੋ ਸਕਦਾ ਕਿ ਪਿਤਾ ਦੀ ਸੰਭਾਲ ਨਾ ਕੀਤੀ ਹੋਵੇ, ਪਿਤਾ ਦੀ ਸੇਵਾ ਨਾ ਕੀਤੀ ਗਈ ਹੋਵੇ, ਹੁਣ ਪਛਤਾਵਾ ਹੋ ਰਿਹਾ ਹੋਵੇ, ਤਾਂ ਕਰਕੇ ਮਾਤਾ ਨਾਲ ਜ਼ਿਆਦਾ ਪਿਆਰ ਆ ਰਿਹਾ ਹੋਵੇ। ਹੁਣ ਤਾਂ ਜੇਲ੍ਹ 'ਚ ਬੈਠਣ ਨੂੰ ਆਉਣਾ ਹੀ ਆ, ਪਰ ਪਿਤਾ ਤੇ ਮਾਂ ਪਿਓ ਦਾ ਤੇ ਪਿਓ ਦਾ ਤਾਂ ਕੋਈ ਫਰਕ ਤਾਂ ਨਹੀਂ, ਅੰਤਰ ਤਾਂ ਨਹੀਂ ਨਾ।
ਉਹ ਇੱਕ ਪਾਸੇ ਉਦੋਂ ਤਾਂ ਆਜ਼ਾਦ ਸੀ, ਜੋ ਉਹ ਟਿਕਟਾਂ ਕੈਂਸਲ ਕਰਾ ਕੇ ਬਾਅਦ 'ਚ ਵੀ ਜਾ ਸਕਦਾ ਸੀ, ਮਹੀਨਾ ਬਾਅਦ ਜਾ ਸਕਦਾ ਸੀ, 10 ਦਿਨਾਂ ਬਾਅਦ ਜਾ ਸਕਦਾ ਸੀ। ਆਪਦੇ ਪਿਓ ਦੇ ਕੋਲੇ ਫਰਜ਼ ਬਣਦਾ ਸੀ ਉਹਦਾ ਰਹਿਣ ਦਾ, ਉਦੋਂ ਕਿਉਂ ਨਹੀਂ ਰਿਹਾ? ਮਤਲਬ ਤੁਸੀਂ ਕਹਿੰਦੇ ਹੋ ਇਹ ਗੱਲ ਪੱਕੀ ਹੈ ਕਿ ਹਨੀਮੂਨ ਤੇ ਆਪਣੇ ਬੇਟੇ ਨਾਲ ਨਾਲ ਗਿਆ ਸੀ ਇਹ? ਮੈਂ ਨਾਲ ਸੀ ਦਿੱਲੀ 에ਅਰਪੋਰਟ ਤੇ। ਮੈਂ ਹਨੀਮੂਨ ਦੇ ਨਾਲ ਸੀ ਤੁਸੀਂ ਆ? ਨਾ ਮੈਂ ਜਦੋਂ ਹਨੀਮੂਨ ਮਨਾਉਣ ਵਾਸਤੇ ਗਿਆ ਨਾਲ 에ਅਰਪੋਰਟ ਤੇ ਗੱਡੀਆਂ ਨਾਲ ਜਾ ਕੇ ਛੱਡ ਕੇ ਆਇਆ, ਔਰ ਜਿੱਦਾਂ ਆਇਆ ਰਾਤ ਨੂੰ ਤੇ ਦੂਜੇ ਦਿਨ ਜਦੋਂ ਪਿਓ ਨੂੰ ਲੈਣ ਜਾਣਾ ਨਾਲ ਮੈਂ ਗਿਆ ਔਰ ਨਾਲ ਲੈ ਕੇ ਆਇਆ, ਐਂਬੂਲੈਂਸ ਤੇ ਲੈ ਕੇ ਆਏ ਅਸੀਂ ਉਹਨੂੰ, ਨਾਲ ਇਹ ਆਇਆ। ਔਰ 15 ਦਿਨਾਂ 'ਚੋਂ ਕੀ ਤਕਲੀਫ ਸੀ, ਕਿੰਨਾ ਉਹ ਤੜਫਿਆ। ਉਦੋਂ ਗੁਰਮੀਤ ਦੀ ਮਾਤਾ ਨੇ ਇਹ ਨਹੀਂ ਕਿਹਾ ਵੀ ਤੇਰਾ ਪਿਤਾ ਬਿਮਾਰ ਪਿਆ, ਤੂੰ ਕਿੱਥੇ ਚੱਲਿਆ? ਉਦੋਂ ਮਾਤਾ ਨੂੰ ਤਾਂ ਭੱਜ ਕੇ ਪੈਂਦੇ ਮੇਰੇ ਸਾਹਮਣੇ। ਜਦੋਂ ਇਹਨੇ ਕਿਹਾ ਵੀ ਕਿੱਥੇ ਸੰਸਕਾਰ ਕਰਾਂਗੇ, ਕਿੱਥੇ ਲਿਜਾਵਾਂਗੇ, ਤੇ ਮਾਤਾ ਨੇ ਕਿਹਾ ਆਪਣੇ ਵੀ ਪਿੰਡ ਲੈ ਕੇ ਜਾਵਾਂਗੇ, ਤੇ ਇਹ ਭੱਜ ਕੇ ਤੁਸੀਂ ਬਾਹਲੇ ਛਲੇ ਹੋ, ਜਿਵੇਂ ਮੈਂ ਕਰੂੰ ਉਵੇਂ ਕਰੂੰਗਾ, ਤੁਹਾਡਾ ਕੀ ਦਖਲ ਅੰਦਾਜ਼ੀ ਹੈ? ਇਹ ਮੇਰੇ ਸਾਹਮਣੇ ਗੱਲਾਂ ਹੋਈਆਂ ਸਾਰੀਆਂ। ਅੱਜ ਜੇਲ੍ਹ 'ਚ ਬੈਠ ਕੇ ਲੋਕਾਂ ਨੂੰ ਔਰ ਜਿਹੜੇ ਸੰਗਤ ਹੈ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਵੀ ਮਾਤਾ ਦੀ ਪਤਾ ਨਹੀਂ ਇਹ ਕਿੰਨੀ ਕੁ ਸੇਵਾ ਕਰੂਗਾ, ਕੀ ਕੁਛ ਕਰੂਗਾ। ਔਰ ਸੇਵਾ ਸੁਭਾ ਕੋਈ ਨਹੀਂ, ਸਿਰਫ ਬਹਾਨਾ ਬਣਾ ਰਿਹਾ ਅਪਰੋਲੋ ਦਾ ਵੀ ਮੈਂ ਕਿਵੇਂ ਨਾ ਕਿਵੇਂ ਕਰਕੇ ਚਿੱਠੀਆਂ ਪਾ ਕੇ ਲੋਕਾਂ ਦੇ ਜਿਹੜੇ ਟੁੱਟ ਰਹੇ ਆ ਉਹਨਾਂ ਨੂੰ ਮਾੜਾ ਮੋਟਾ ਨਾਲ ਜੋੜ ਲਾਂ, ਔਰ ਇਹਨਾਂ ਨੂੰ ਬਚਾ ਕੇ ਤੇ ਪਰੋਲਾ ਕਿਵੇਂ ਨਾ ਕਿਵੇਂ ਮੈਨੂੰ ਪਰੋਲੋ ਮਿਲ ਜੇ, ਇਸ ਤੇ ਖੜੇ। ਇਸ ਚਿੱਠੀ ਵਿੱਚ ਹੋਰ ਕਈ ਗੱਲਾਂ ਲਿਖੀਆਂ ਨੇ, ਜ਼ਿਆਦਾਤਰ ਜਿਹੜਾ ਧਿਆਨ ਹੈਗਾ ਜਾਂ ਜ਼ਿਆਦਾ ਜਿਹੜਾ ਜ਼ੋਰ ਹੈ ਉਹ ਦਿੱਤਾ ਗਿਆ ਹੈ ਕਿ ਤਾਂ ਉम्र गुरु रूप में इस कर्तव्य का निर्वाह करते रहेंगे। ਉਹਨੇ ਆਪਣੇ ਬਾਰੇ ਲਿਖਿਆ ਕਿ ਮੈਂ ਪੂਰੀ ਉਮਰ ਤੱਕ ਮਤਲਬ ਕਿ ਗੱਦੀ ਤੇ ਬੈਠਿਆ ਰਹਾਂਗਾ, ਜਾਂ ਕਹਿ ਲਓ ਵੀ ਡੇਰਾ ਮੁਖੀ ਮੈਂ ਬਣਿਆ ਰਹਾਂਗਾ। ਇੱਕ ਮੈਂ ਆਦਾ ਵੀ ਇੱਕ ਰਾਜਨੀਤੀ ਬੰਦਾ ਹੁੰਦਾ, ਉਹ ਤੇ ਕੋਈ ਐਸੇ ਦਾ ਦੋਸਤ ਲੱਗ ਜਾਂਦਾ, ਹਜੇ ਦੋਸਤ ਤੈਅ ਨਹੀਂ ਹੋਏ ਹੁੰਦੇ, ਲੱਗ ਜਾਂਦਾ, ਉਹ ਨਾਲ ਦੀਆਂ ਅਸਤੀਫਾ ਦੇ ਕੇ ਪਾਸੇ ਹੋ ਜਾਂਦਾ ਹੈ ਵੀ ਮੇਰੇ ਤੇ ਇਸ ਤਰ੍ਹਾਂ ਦੇ ਗੰਦੇ ਲੱਗ ਗਏ ਤੇ ਮੈਂ ਉਹਨਾਂ ਚਿਰ ਅੱਗੇ ਨਹੀਂ ਆਊਂ। ਇੱਕ ਧਰਮ ਗੁਰੂ ਆਪਣੇ ਆਪ ਨੂੰ ਕਹਾਉਣ ਵਾਲਾ, ਉਹ ਤੇ 2 ਕੁੜੀਆਂ ਦੇ ਦੋਸ਼ ਐਦ ਹੋ ਕੇ ਸਜ਼ਾ ਹੋ ਗਈ, ਇੱਕ ਮਰਡਰ ਕੇਸ 'ਚ ਉਮਰ ਕੈਦ ਹੋ ਗਈ, ਹਜੇ ਪਤਾ ਨਹੀਂ ਅੱਗੇ ਕਿੰਨੇ ਕੇਸ ਆ ਰਹੇ ਆ। ਐਸੇ ਬੰਦੇ ਨੂੰ ਮੈਂ ਤਾਂ ਜੇ ਬੰਦੇ 'ਚ ਅਣਖ ਹੋਵੇ ਉਹਦੀ ਛੱਡ ਦੇਣਾ ਚਾਹੀਦਾ ਵੀ ਮੈਂ ਡੇਰੇ ਦਾ ਸਾਰਾ ਕੁਝ ਛੱਡਿਆ, ਜੇ ਮੈਂ ਕੱਲ੍ਹ ਨੂੰ ਸਾਰਾ ਚਿੱਟਾ ਸਹੀ ਦੁੱਧ ਧੋਤਾ ਹੋ ਕੇ ਆ ਗਿਆ ਤਾਂ ਸੰਭਾਲੂਗਾ, ਨਹੀਂ ਮੈਂ ਅੱਜ ਤੋਂ ਬਾਅਦ ਡੇਰੇ ਬੰਨੀ ਮੂੰਹ ਨਹੀਂ ਕਰੂੰਗਾ। ਫਰਜ਼ ਤਾਂ ਇਹਦਾ ਇਹ ਬਣਦਾ ਸੀ। ਉਹ ਆਦੇ ਹੁੰਦੇ ਵੀ ਚੰਗੀ ਗੱਦੀ ਚੰਗਾ, ਉਹਨੂੰ ਇਹ ਵੀ ਪਤਾ ਵੀ ਮੈਂ ਛੱਡਤਾ ਤਾਂ ਹੁਣ ਜਿਹੜੀ ਮੇਰੀ ਕਦਰ ਹੈ ਜਾਂ ਲੋਕਾਂ ਦਾ ਕਰਕੇ ਪ੍ਰਭਾਵ ਹੈ, ਕੱਲ੍ਹ ਨੂੰ ਅਪਰੋਲੋ ਕਰਕੇ ਜਾਂ ਕੋਈ ਹੋਰ ਪ੍ਰਭਾਵ ਪਾਊਂਗਾ ਸੰਗਤ ਸਰਕਾਰਾਂ 'ਤੇ, ਉਹ ਨਹੀਂ ਕਿਸੇ ਨੇ ਪੁੱਛਣਾ। ਇਸ ਕਰਕੇ ਇਹ ਅੜਿਆ ਹੋਇਆ ਹੈ। ਨਹੀਂ, ਰੌਲਾ ਮਤਲਬ ਗੱਦੀ ਦਾ? ਗੱਦੀ ਦਾ ਇਹੀ ਹੈ ਨਾ, ਗੱਦੀ ਦਾ ਤਾਂ ਮਤਲਬ ਗੱਦੀ ਦਾ ਹੋਰ ਵੀ ਬਥੇਰੇ ਵੀ ਜੇ ਇਹਦੇ ਐਡੇ ਦਾਗ ਲੱਗ ਗਏ ਹੈ ਤੇ ਇਹਦਾ ਫਰਜ਼ ਨਹੀਂ ਬਣਦਾ ਵੀ ਲੋਕਾਂ ਨੂੰ ਕੀ ਸਿੱਖਿਆ ਦੇਊਗਾ। ਕੱਲ੍ਹ ਨੂੰ ਕੋਈ ਬੰਦਾ ਖੜਾ ਹੋ ਕੇ ਕਹਦੇ ਵੀ ਤੂੰ ਤਾਂ ਬਲਾਤਕਾਰੀ ਹੈ, ਤੂੰ ਮਰਡਰ ਹੈ, ਕੀ ਇਹ ਸੰਗਤ 'ਚ ਖੜਾ ਕੀ ਕਹੂਗਾ? ਇਹਦਾ ਫਰਜ਼ ਬਣਦਾ ਵੀ ਡੇਰੇ 'ਚੋਂ ਛੱਡ ਦੇਣਾ ਚਾਹੀਦਾ ਇਹਨੂੰ। ਅੱਛਾ, ਗੱਲਾਂ ਖੱਟਾ ਸਿੰਘ ਜੀ ਹੋਰ ਵੀ ਇਹਦੇ ਵਿੱਚ ਲਿਖੀਆਂ ਗਈਆਂ ਨੇ। ਇਹਦੇ ਵਿੱਚ ਲਿਖਿਆ ਹੋਇਆ ਹੈ ਕਿ हाँ भी हमारे बच्चे जसमीत इंसा, चरणप्रीत इंसा, हनीप्रीत इंसा, अमरप्रीत इंसा सारे डेरे में रहने वाले सेवादार ते ब्लॉक सेवादार ਜਿਹੜੇ ਹੈਗੇ ਸਾਰੇ ਇੱਕ ਹੋ ਕੇ ਰਹਿਣ, ਗੁੱਟਬਾਜ਼ੀ ਨਾ ਹੈਗੀ ਹੈ ਤੇ ਅੱਗੇ ਵੀ ਨਾ ਹੋਵੇ, ਇੱਕ ਹੋ ਕੇ ਰਹਿਣ। ਇਹ ਗੁੱਟਬਾਜ਼ੀ ਦਾ ਸ਼ਬਦ ਕਿਉਂ ਵਰਤਿਆ ਗਿਆ ਕਿ ਅਜਿਹਾ ਕੁਝ ਹੈ ਡੇਰੇ ਦੇ ਵਿੱਚ? ਗੁੱਟਬਾਜ਼ੀ ਤਾਂ ਹੁਣ ਉਹ ਵੀਰਪਾਲ ਬੋਲ ਰਹੀ ਹੈ, ਸਾਰਾ ਉਹ ਦੱਸ ਰਹੀ ਹੈ ਵੀ 2 ਗਰੁੱਪ ਬਣੇ ਆ। ਦੂਜੇ ਨੰਬਰ 'ਤੇ ਮੈਨੂੰ ਹੁਣ ਉੱਥੋਂ ਥੋੜ੍ਹੇ ਦਿਨ 10 ਕੁ ਦਿਨ ਹੋਏ ਬੰਦੇ ਦਾ ਫੋਨ ਆਇਆ ਵੀ ਹਨੀਪ੍ਰੀਤ ਉੱਧਰੋਂ ਗੁਫਾਬੰਦੀਆਂ ਜਾਂ ਕੋਠੀ 'ਚੋਂ ਆਉਂਦੀ ਹੈ ਔਰ ਉਹਦੇ ਨਾਲ ਆਉਂਦੇ, ਉਹ ਪੈਰੀ ਹੱਥ ਲਾਉਂਦੇ ਆ, ਫਿਰ ਉਹ ਮਜਲਿਸ ਕਰਦੀ ਹੈ, ਕੁਰਸੀ 'ਤੇ ਬਹਿੰਦੀ ਹੈ। ਇਹ ਗੁੱਟਬਾਜ਼ੀ ਤਾਂ ਸਿੱਧੀ ਇਹਨੇ ਆਪ ਹੀ ਕਰਤੀ ਵੀ ਪਰਿਵਾਰ ਮਾਤਾ ਹੈ। ਇਹ ਮਤਲਬ ਹਨੀਪ੍ਰੀਤ ਫੀਲਿੰਗ ਲਈ ਬੈਠੀ ਹੈ ਡੇਰਾ ਮੁਖੀ? ਫੀਲਿੰਗ ਲੈ ਰਹੀ ਹੈ, ਫੀਲਿੰਗ ਪੂਰੀ ਲਈ ਹੋਈ ਹੈ। ਇਹਦਾ ਫਰਜ਼ ਤਾਂ ਇਹ ਬਣਦਾ ਸੀ ਵੀ ਨਾ ਹਨੀਪ੍ਰੀਤ ਨੂੰ ਨਾ ਕਿਸੇ ਮਾਤਾ ਨੂੰ ਭਾ ਦਿੰਦਾ। ਉਹਨਾਂ ਚਿਰ ਮਾਤਾ ਨੂੰ ਕਹਿੰਦਾ ਵੀ ਮਾਤਾ ਸੰਗਤ ਨੂੰ ਤੂੰ ਸੰਬੋਧਨ ਕਰ, ਤੂੰ ਜੋ ਮੈਂ ਕਹਿਣਾ ਕਹਿ, ਤੇ ਇਹਨਾਂ ਨੂੰ ਸਾਰਿਆਂ ਨੂੰ ਪਾਸੇ ਕਰ ਦਿੰਦਾ। ਫੀਲਿੰਗ ਆਪ ਇਹਨੇ ਤਾਂ 2 ਬਣਾ ਤੇ ਗਰੁੱਪ ਉੱਥੇ। ਨਹੀਂ, ਲੇਕਿਨ ਕਿਤੇ ਇਹ ਵੀ ਨਹੀਂ ਲਿਖਿਆ ਹੋਣਾ ਨਾ ਵੀ ਜਿਹੜੀ ਗੱਦੀ ਹੈਗੀ ਹੈ ਉਹ ਪਰਿਵਾਰ ਦੇ ਹੀ ਕਿਸੇ ਨੂੰ ਮਿਲਣੀ ਆ, ਉਹ ਤਾਂ ਕਿਸੇ ਹੋਰ ਨੂੰ ਵੀ ਮਿਲ ਸਕਦੀ ਹੈ, ਜਿਹੜਾ ਬੰਦਾ ਮਤਲਬ ਕਹਿ ਸਕਦੇ ਹੋ ਕਿ ਜ਼ਿਆਦਾ ਨਾਮ ਜਪਦਾ ਹੋਵੇ ਜਾਂ ਜੋ ਵੀ ਇਹਨਾਂ ਕ੍ਰਾਈਟੇਰੀਆ ਹੋਣਾ ਹੈ। ਅਸਲ 'ਚ ਅਸੂਲ ਤਾਂ ਡੇਰੇ ਦਾ ਇਹੀ ਹੈ ਵੀ ਜਿਹੜਾ ਕੋਈ ਵੀ ਹੈ ਵੀ ਉਹ ਜਿਹੜਾ ਚੰਗਾ ਉਹਨਾਂ ਨੂੰ ਲੱਗਦਾ ਹੈ ਜਾਂ ਸੇਵਾਦਾਰ ਹੈ ਜਾਂ ਚੰਗਾ ਅਣਖੀ ਬੰਦਾ ਹੈ, ਕੋਈ ਉਹ 'ਤੇ ਦਾਗ ਨਹੀਂ, ਕਿਸੇ ਨੂੰ ਵੀ ਬਿਠਾ ਸਕਦਾ ਹੈ। ਅਕਸਰ ਤਾਂ ਇਹੀ ਅਸੂਲ ਤਾਂ ਸੰਤ ਮੱਤ ਦਾ ਇਹੀ ਕਹਿੰਦਾ ਹੈ, ਪਰ ਇਹ ਉਹਨੂੰ ਪਤਾ ਵੀ ਜੇ ਮੈਂ ਇਹਨੂੰ ਮਾੜਾ ਜਿਹਾ ਪਾਸੇ ਕਰਤਾ ਤਾਂ ਮੈਂ ਜ਼ੀਰੋ ਹੋ ਜਾਊਂ, ਮੈਨੂੰ ਕਿਸੇ ਨੇ ਪੁੱਛਣਾ ਹੀ ਨਹੀਂ। ਤੁਸੀਂ ਕਿਹਾ ਵੀ ਜਿਹੜੀ ਹਨੀਪ੍ਰੀਤ ਹੈਗੀ ਉਹ ਕੁਰਸੀ 'ਤੇ ਜਾ ਕੇ ਬੈਠਦੀ ਹੈ, ਉਹਦੇ ਪੈਰੀ ਹੱਥ ਵੀ ਲੋਕ ਲਾਉਂਦੇ ਨੇ ਉੱਥੇ, ਤੇ ਇਹ ਖਬਰ ਤੁਹਾਨੂੰ ਕਿੱਥੋਂ ਮਿਲੀ? ਇਹ ਪੁਖਤਾ ਗੱਲ ਹੈਗੀ ਹੈ ਜਾਂ ਸਿਰਫ ਹਵਾਈ ਗੱਲਾਂ ਨੇ? ਜੇ ਉਹ ਮੈਨੂੰ ਦੱਸਿਆ ਜਿਹੜੇ ਬੰਦੇ ਨੇ, ਉਹ ਡੇਰੇ ਦੇ ਵਿੱਚ ਮੈਂ ਗਿਆ ਔਰ ਡੇਰੇ ਦੇ ਵਿੱਚ ਬੈਠੀ ਮੈਂ ਦੇਖ ਕੇ ਆਇਆ ਸਾਰਾ ਕੁਝ, ਉਹ ਅੱਖੀ ਮੈਂ ਉਹਨੂੰ ਮੈਂ ਵੀ ਕਿਹਾ ਸੀ ਮੈਂ ਇਹ ਝੂਠ ਨਾ ਹੋਵੇ ਐਵੇਂ ਮੈਂ ਹਵਾ ਖੰਭਾਂ ਦੀਆਂ ਡਾਰਾਂ ਵੀ ਬਣੀ ਜਾਂਦੀਆਂ ਹੁਣ। ਉਹਦਾ ਨਹੀਂ, ਮੈਂ ਅੱਖੀਂ ਦੇਖਿਆ ਸਾਰਾ ਕੁਝ। ਜਿਹੜੇ ਬੰਦੇ ਨੇ ਦੇਖਿਆ ਉਹਨੇ ਮੈਨੂੰ ਦੱਸਿਆ
ਹੁਣ ਇਹ ਨਹੀਂ ਪਤਾ ਉਹਨੇ ਸੱਚ ਦੱਸਿਆ ਕਿ ਝੂਠ ਦੱਸਿਆ, ਪਰ ਜੋ ਕਿਹਾ ਮੈਨੂੰ ਉਹਨੇ ਕਿਹਾ। ਹਾਂਜੀ, ਤੇ ਮਤਲਬ ਕਿ ਹਨੀਪ੍ਰੀਤ ਹੁਣ ਕੁਰਸੀ ਤੇ ਬੈਠਦੀ ਹੈ, ਲੇਕਿਨ ਇਹ ਤਾਂ ਗੁਰਮੀਤ ਰਾਮ ਰਹੀਮ ਦਾ ਕਹਿੰਦਾ ਕਿ ਮੈਂ ਪੂਰੀ ਉਮਰ ਤਾउम्र गुरु रूप में आपकी संभाल बढ़ चढ़ के करता रहूँगा। ਉਹ ਕਹਿਣ ਨੂੰ ਤਾਂ ਚਿੱਠੀਆਂ 'ਚ ਤੇ ਲੋਕਾਂ ਨੂੰ ਬੇਵਕੂਫ ਬਣਾਉਣਾ ਤੇ ਜੇ ਮਰਜ਼ੀ ਬਣਾਈ ਜਾਓ, ਪਰ ਜਦੋਂ ਅੰਦਰੋਂ ਖਾਤੇ ਜੇ ਉਹਦੀ ਕੀ ਤਾਕਤ ਹੈ ਵੀ ਕੁਰਸੀ ਤੇ ਜਾ ਕੇ ਬਹਿ ਜੇ, ਆਮ ਸੰਗਤ ਜਾਂਦੀ ਹੈ ਤੇ ਉਵੇਂ ਜਾ ਕੇ ਵਿੱਚ ਬੈਠੇ। ਲੇਕਿਨ ਸਵਾਲ ਇਹ ਵੀ ਹੈ, ਜਦੋਂ ਹੁਣ ਚਿੱਠੀ 'ਚ ਹਨੀਪ੍ਰੀਤ ਦਾ ਨਾਮ ਲਿਖਿਆ, ਪਰ ਜਦੋਂ ਰਾਮ ਰਹੀਮ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਉਦੋਂ ਇੱਕ ਲਿਸਟ ਜਿਹੜੀ ਹੁੰਦੀ ਹੈ ਵੀ ਤੁਹਾਨੂੰ ਕੌਣ ਕੌਣ ਮਿਲਣ ਆ ਸਕਦਾ, ਉਹਦੇ ਵਿੱਚ ਹਨੀਪ੍ਰੀਤ ਦਾ ਨਾਮ ਨਹੀਂ ਸੀ, ਪਰ ਹੁਣ ਹਨੀਪ੍ਰੀਤ ਦੇ ਨਾਲ ਠੀਕ ਠਾਕ ਹੈ। ਇਹਦੇ ਪਿੱਛੇ ਦੀ ਸਿਆਸਤ ਕੀ ਹੈ? ਉਦੋਂ ਕਿਉਂ ਸੀ? ਉਦੋਂ ਭੱਜੀ ਹੋਈ ਸੀ ਉਹ, ਜਦੋਂ ਇਹਨੂੰ ਰੋਹਤਕ ਜੇਲ੍ਹ 'ਚ ਛੱਡ ਕੇ ਤੇ ਸਰਸੇ ਹੋ ਕੇ ਪਿੰਡ ਗੁਰੂ ਮੋੜੀਏ ਜਾ ਕੇ ਉੱਥੋਂ ਸਾਰਾ ਇੱਧਰ ਉੱਧਰ ਜੋ ਸਮਾਨ ਕਰਕੇ ਉਸ ਤੋਂ ਬਾਅਦ ਉਹ ਫਰਾਰ ਹੋਈ ਹੈ। ਉਦੋਂ ਜੇ ਨਾਂ ਦਿੰਦਾ ਸੀ ਤਾਂ ਸਿੱਧਾ ਹੀ ਫਸਦਾ ਸੀ ਵੀ ਇਹਦਾ ਨਾਂ ਕਿਵੇਂ ਆ ਗਿਆ। ਇਸ ਕਰਕੇ ਉਹ ਤੋਂ ਬਚਣ ਦੀ ਖਾਤਰ ਵੀ ਪੁਲਿਸ ਉਹਨੂੰ ਵੀ ਭਾਲ ਰਹੀ ਹੈ, ਤੇ ਇਸ ਕਰਕੇ ਉਹਦਾ ਨਾਂ ਵਕੀਲਾਂ ਨੇ ਕਿਹਾ ਹੋਊਗਾ ਜਾਂ ਆਪ ਨੇ ਸੋਚਿਆ ਹੋਊਗਾ ਵੀ ਉਹਨਾਂ ਚਿਰ ਉਹਦਾ ਨਾਂ ਨਹੀਂ ਦਿੱਤਾ। ਹੁਣ ਉਹ ਜ਼ਮਾਨਤ 'ਤੇ ਆ ਗਈ, ਹੁਣ ਉਹਨੂੰ ਨਾਂ ਵੀ ਦੇਤਾ, ਮੁਲਾਕਾਤਾਂ ਵੀ ਕਰਨ ਲੱਗ ਗਿਆ, ਸਾਰਾ ਕੁਝ। ਲੇਕਿਨ ਵੀਰਪਾਲ ਕੌਰ ਇੰਸਾ, ਮੈਂ ਉਹਨਾਂ ਦੀ ਗੱਲਬਾਤ ਸੁਣੀ ਕਿ ਨਿੱਜੀ ਚੈਨਲ ਤੇ ਉਹ ਇੰਟਰਵਿਊ ਦੇ ਰਹੇ ਸੀ, ਗੱਲਬਾਤ ਹੋ ਰਹੀ ਸੀ, ਉਹਨਾਂ ਨੇ ਕਿਹਾ ਕਿ ਹਨੀਪ੍ਰੀਤ ਜਿਹੜੀ ਹੈ ਗੁਰਮੀਤ ਰਾਮ ਰਹੀਮ ਨੂੰ ਜੇ ਜੇਲ੍ਹ 'ਚ ਭੇਜਣ ਵਾਲੀ ਹੈ ਤਾਂ ਹਨੀਪ੍ਰੀਤ ਦਾ ਉਹਨਾਂ ਨੇ ਨਾਮ ਲਿਆ। ਇਹ ਕਾਫੀ ਇਲਜ਼ਾਮ ਹਨੀਪ੍ਰੀਤ 'ਤੇ ਲਾਏ। ਕੋਈ ਹਨੀਪ੍ਰੀਤ ਭੇਜਣ ਵਾਲੀ ਨਹੀਂ, ਕੋਈ ਮੈਨੂੰ ਜਿੱਥੋਂ ਤਾਈਂ ਮੈਨੂੰ ਮੇਰਾ ਆਪਣੇ ਦਿਮਾਗ ਕੰਮ ਕਰਦਾ ਹੈ, ਜੇ ਭੇਜਣ ਵਾਲੀ ਹੁੰਦੀ ਉਹ ਆਦੀਆਂ ਫਿਲਮਾਂ 'ਚ ਬਣਾਇਆ ਸੀ, ਉਹ ਪਿਤਾ ਜੀ ਨੇ ਐਂ ਕੀਤਾ, ਪਿਤਾ ਜੀ ਨੇ ਫਿਰ ਜੇ ਐਡੇ ਜਾਣੀ ਜਾਣ ਸੀ ਇੰਨਾ ਹੀ ਸੀ ਤਾਂ ਫਿਰ ਉਹਨੂੰ ਉਦੋਂ ਹੀ ਪਾਸੇ ਕਰਦੇ, ਕਿਉਂ ਨਾ ਕੀਤੀ? ਕੋਈ ਇਹ ਮੈਨੂੰ ਨਹੀਂ ਲੱਗਦਾ, ਸਾਰਾ ਗੁਰਮੀਤ ਸਿੰਘ ਹਨੀਪ੍ਰੀਤ ਦੇ ਇੱਕੋ ਘਿਓ ਖਿਚੜੀ ਹੈ, ਇੱਕੋ ਹੀ ਹੈ ਸਾਰਾ। ਇਹ 'ਚ ਕੋਈ ਉਹਨੂੰ ਆਪਣੇ ਮਰਵਾਉਣ 'ਚ ਨਹੀਂ ਸੀ, ਕੋਈ ਉਹ 'ਚ ਨਹੀਂ ਸੀ। ਉਹ ਹਨੀ ਉਹ ਤਾਂ ਵੀਰਪਾਲ ਤਾਂ ਇਹ ਵੀ ਕਹਿੰਦੇ ਵੀ ਇਹਨੂੰ ਆਪਣੇ ਗੁਰਮੀਤ ਸਿੰਘ ਨੂੰ ਤਾਂ ਗੱਦੀ ਤੋਂ ਪਹਿਲਾਂ ਹੀ ਮਾਰਨ ਨੂੰ ਫਿਰਦੇ ਸੀ। ਉਹ ਗੱਦੀ ਤੋਂ ਪਹਿਲਾਂ ਤਾਂ ਉਹਨੂੰ ਕੋਈ ਬੱਚਾ ਨਹੀਂ ਜਾਣਦਾ ਸੀ, ਉਹ 90 ਤੋਂ ਪਹਿਲਾਂ ਤਾਂ ਆਪਣੇ 90 ਤੋਂ ਪਹਿਲਾਂ ਤਾਂ ਉਹਨੂੰ ਕੋਈ ਡੇਰੇ 'ਚ ਜਾਣਦਾ ਨਹੀਂ ਸੀ, ਤੇ ਮਾਰੂ ਕੌਣ? ਕਿਸੇ ਨੇ ਕੀ ਲੈਣਾ? ਆਮ ਜੇ ਕਿਸੇ ਪਿੰਡ 'ਚ ਕਿਸੇ ਨਾਲ ਦੁਸ਼ਮਣੀ ਆ ਉਹ ਗੱਲ ਵੱਖਰੀ ਹੈ, ਪਰ ਡੇਰੇ ਦੀ ਖਾਤਰ ਜਾਂ ਗੱਦੀ ਦੀ ਖਾਤਰ ਤਾਂ ਕਿਸੇ ਨੂੰ ਕੋਈ ਉਹਨੂੰ ਜਾਣਦਾ ਹੀ ਨਹੀਂ ਸੀ 90 ਤੋਂ ਪਹਿਲਾਂ। ਅੱਛਾ, ਇੱਕ ਗੱਲ ਹੋਰ ਹੈਗੀ ਹੈ, ਚਿੱਠੀ ਸਹੀ ਹੈ ਜਾਂ ਗਲਤ ਹੈ, ਇਸ ਗੱਲ ਦੀ ਅਸੀਂ ਤਾਂ ਕੋਈ ਪੁਸ਼ਟੀ ਨਹੀਂ ਕਰਦੇ, ਪਰ ਇਹ ਚਿੱਠੀ ਜਿਹੜੀ ਹੈਗੀ ਹੈ, ਜਿਹੜੀ ਡੇਰੇ ਦੀ ਵਾਈਸ ਕੀ ਕਹਿੰਦੇ ਨੇ, ਵਾਈਸ ਚੇਅਰਪਰਸਨ ਸ਼ੋਭਾ ਇੰਸਾ, ਉਹਨਾਂ ਦੇ ਟਵਿੱਟਰ ਹੈਂਡਲ 'ਤੇ ਪਈ ਹੋਈ ਹੈ, ਜਿੱਥੋਂ ਸਾਨੂੰ ਇਹ ਚਿੱਠੀ ਮਿਲੀ ਹੈ। ਤੇ ਤੁਸੀਂ ਤਾਂ ਲੰਮਾ ਸਮਾਂ ਡੇਰੇ ਨਾਲ ਜੁੜੇ ਰਹੇ ਹੋ, ਕਿ ਜਿਹੜੇ ਸਾਈਨ ਵਗੈਰਾ ਨੇ ਇਹ ਠੀਕ ਨੇ, ਚਿੱਠੀ ਸਹੀ ਹੈ ਕਿ ਗਲਤ ਹੈ? ਇਹਨਾਂ 'ਚ ਵੀ ਦੋ ਗੱਲਾਂ ਹੈ, ਕਈਆਂ ਨੇ ਮੇਰੇ ਕੋਲੇ ਭੇਜੀਆਂ ਇਹਨਾਂ ਆਪਦੇ ਵੀ, ਉਹਨਾਂ ਨੇ ਇਹ ਕਿਹਾ ਵੀ ਇਹ ਸਾਵਧਾਨ ਵੀ ਇਹ ਜੋ ਆਪਣੇ ਦੋ ਚਿੱਠੀਆਂ ਆਈਆਂ, ਪਹਿਲਾਂ ਇੱਕ ਆਈ ਹੈ ਇੱਕ ਹੁਣ ਆਈ ਹੈ, ਇਹ ਬਿਲਕੁਲ ਜਾਲੀ ਹੈ। ਇਹ ਗੁਰਮੀਤ ਸਿੰਘ ਦੇ ਸਾਈਨ ਵੀ ਨਹੀਂ ਮਿਲਦੇ ਔਰ ਗੁਰਮੀਤ ਸਿੰਘ ਦੇ ਕੋਈ ਆਪਣੇ ਲਿਖਾਈ ਵੀ ਨਹੀਂ ਮਿਲਦੀ, ਤੇ ਇਹ ਬਿਲਕੁਲ ਜਾਲੀ ਹੈ। ਸਾਰੇ ਪ੍ਰੇਮੀ ਸਾਵਧਾਨ ਹੋ ਜਾਓ ਵੀ ਇਹ ਸਾਰਾ ਝੂਠ ਦਾ ਪਤੰਦ ਹੈ, ਉਹ ਇਹ ਕਹਿ ਰਹੇ ਆ। ਤਾਂ ਇਹਨੇ ਸਰਦਾਰ ਖੱਟਾ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਕਿ ਕੁਝ ਡੇਰੇ ਵਾਲੇ ਇਹ ਵੀ ਕਹਿੰਦੇ ਨੇ ਕਿ ਇਹ ਜੋ ਚਿੱਠੀ ਹੈ ਇਸ ਦੇ ਵਿੱਚ ਹੋਏ ਜੋ ਸਾਈਨ ਨੇ ਉਹ ਗਲਤ ਹੋ ਸਕਦੇ ਨੇ, ਪਰ ਅਸੀਂ ਇਹ ਚਿੱਠੀ ਡੇਰੇ ਦੀ ਵਾਈਸ ਚੇਅਰਪਰਸਨ ਦੇ ਟਵਿੱਟਰ ਹੈਂਡਲ ਤੋਂ ਲਈ ਹੈ, ਇਸ ਕਰਕੇ ਇਸ ਚਿੱਠੀ 'ਤੇ ਚਰਚਾ ਵੀ ਕੀਤੀ। ਪਰ ਜੋ ਗੱਲਾਂ ਖੱਟਾ ਸਿੰਘ ਜੀ ਨੇ ਕਹੀਆਂ ਉਹਨਾਂ ਦੇ ਆਪਣੇ ਵਿਚਾਰ ਨੇ, ਪਰ ਵੱਡਾ ਸਵਾਲ ਇਹ ਹੈ ਜੋ ਇਹਨਾਂ ਨੇ ਅੱਖਾਂ ਦੇ ਨਾਲ ਦੇਖਿਆ ਜਦੋਂ ਗੁਰਮੀਤ ਰਾਮ ਰਹੀਮ ਦੇ ਪਿਤਾ ਹਸਪਤਾਲ ਦੇ ਵਿੱਚ ਜ਼ਿੰਦਗੀ ਦੇ ਮੌਤ ਦੇ ਨਾਲ ਲੜ ਰਹੇ ਸੀ, ਉਦੋਂ ਗੁਰਮੀਤ ਰਾਮ ਰਹੀਮ ਆਪਣੇ ਬੇਟੇ ਤੇ ਆਪਣੀ ਨੂੰਹ ਦੇ ਨਾਲ ਹਨੀਮੂਨ ਮਨਾਉਣ ਦੇ ਲਈ ਵਿਦੇਸ਼ਾਂ ਦੇ ਵਿੱਚ ਚਲਾ ਗਿਆ, ਪਰ ਹੁਣ ਜਦੋਂ ਜੇਲ੍ਹ ਦੇ ਵਿੱਚ ਪਿਆ ਤਾਂ ਮਾਤਾ ਦਾ ਖਿਆਲ ਜ਼ਿਆਦਾ ਆ ਰਿਹਾ ਹੈ। ਹੁਣ ਇਹ ਕੋਈ ਪਰਿਵਰਤਨ ਹੈ ਜਾਂ ਗੱਲ ਕੁਝ ਹੋਰ ਹੈ, ਇਹ ਵੱਡਾ ਸਵਾਲ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।